ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ। ਬਨ ਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਬਾਂਧੇ ਚਾਮ। ਜਬ ਨਹੀਂ ਚੀਨਸ ਆਤਮ ਰਾਮ ਰਹਾਉ। ਮੂੰਡ ਮੁੰਡਾਏ ਜੋ ਸਿਧ ਪਾਈ। ਮੁਕਤੀ ਭੇਡ ਨਾ ਗਈਆ ਕਾਈ। ਬਿੰਦ ਰਾਖ ਜੋ ਤਰੀਐ ਭਾਈ। ਖੁਸਰੈ ਕਿਉ ਨਾ ਪਰਮ ਗਤ ਪਾਈ। ਕਹੋ ਕਬੀਰ ਸੁਨਹੁ ਨਰ ਭਾਈ। ਰਾਮ ਨਾਮ ਬਿਨ ਕਿਨ ਗਤ ਪਾਈ। ਕਹੋ ਕਬੀਰ ਸੁਨਹੁ ਨਰ ਭਾਈ। ਰਾਮ ਨਾਮ ਬਿਨ ਕਿਨ ਗਤ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਬੜੇ ਸਤਿਕਾਰ ਔਰ ਪ੍ਰੇਮ ਸਹਿਤ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕੀਤੇ ਹਨ। ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਹੁਣੇ ਹੀ ਦਾਸ ਪਾਸੋਂ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 324 ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਗੌੜੀ ਕਬੀਰ ਜੀ ਗੌੜੀ ਰਾਗ ਵਿੱਚ ਕਬੀਰ ਜੀ ਮਹਾਰਾਜ ਭਗਤ ਸਾਹਿਬਾਨ ਦਾ ਇਹ ਪਾਵਨ ਸ਼ਬਦ ਹੈ। ਰਹਾਉ ਦੇ ਬੰਦ ਵਿੱਚ ਭਗਤ ਕਬੀਰ ਸਾਹਿਬ ਜੀ ਮਿਹਰ ਕਰਦੇ ਹਨ। ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਸਮੁੱਚੇ ਸ਼ਬਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੁਝ ਉਦਾਹਰਨਾਂ ਭਗਤ ਜੀ ਮਹਾਰਾਜ ਨੇ ਸ਼ਬਦ ਵਿੱਚ ਦਿੱਤੀਆਂ ਨੇ। ਜਿਹੜੇ ਜਿਹੜੇ ਕਾਰਜ ਪਰਮੇਸ਼ਰ ਦੀ ਲੱਭਤ ਲਈ, ਪ੍ਰਾਪਤੀ ਲਈ ਜ਼ਰੂਰੀ ਸਮਝ ਕੇ ਮਨੁੱਖ ਕਰਦਾ ਹੈ, ਜਿਨ੍ਹਾਂ ਨੂੰ ਗੁਰਮਤਿ ਨੇ ਕਰਮ ਕਾਂਡ ਦੀ ਸ਼੍ਰੇਣੀ ਵਿੱਚ ਰੱਖਿਆ ਹੈ, ਭਾਵ ਆਪਣੀ ਕਰਮ ਵਿਧੀ ਮੁਤਾਬਕ ਆਪਣੇ ਮਿੱਥੇ ਹੋਏ ਕਰਮਾਂ ਦੇ ਜ਼ੋਰ ਅਤੇ ਬਲ ਦੇ ਆਸਰੇ ਦੇ ਉੱਤੇ ਪਰਮੇਸ਼ਰ ਨਾਲ ਸਾਂਝ ਬਣਾਉਣ ਵਾਸਤੇ ਹਾਠੀ ਭਾਵ ਦੇ ਨਾਲ, ਹੱਠ ਭਾਵ ਦੇ ਨਾਲ ਕਰਮ ਕਰਨਾ। ਐਸੀ ਸਥਿਤੀ ਨੂੰ ਜਾਂ ਅਜਿਹੇ ਯਤਨ ਨੂੰ, ਅਜਿਹੇ ਪ੍ਰੋਸੈਸ ਨੂੰ, ਕਰਮ ਕਾਂਡ ਕਿਹਾ ਗਿਆ ਹੈ।
ਅਜਿਹੇ ਕਰਮਕਾਂਡਾਂ ਨੂੰ ਸਤਿਗੁਰੂ ਮਹਾਰਾਜ ਨੇ ਕੋਈ ਮਾਨਤਾ ਪ੍ਰਦਾਨ ਨਹੀਂ ਕੀਤੀ, ਬਲਕਿ ਅਜਿਹੇ ਖੋਖਲੇ ਕਰਮਕਾਂਡਾਂ ਦਾ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਥਾਂ ਪੁਰ ਥਾਂ ਵੱਖ-ਵੱਖ ਤਰੀਕਿਆਂ ਦੇ ਨਾਲ ਉਪਦੇਸ਼ ਦੇ ਕੇ ਖੰਡਨ ਕੀਤਾ ਹੈ। ਰਹਾਉ ਦੇ ਬੰਦ ਨੂੰ ਪੜ੍ਹੀਏ ਤਾਂ ਜੋ ਦੂਸਰੀ ਪੰਕਤੀ ਹੈ ਉਹ ਸ਼ਬਦ ਦਾ ਭਾਵ ਬਿਆਨ ਕਰਦੀ ਹੈ ਕਿ ਇਹ ਸਾਰੇ ਕਰਮਕਾਂਡ ਖੋਖਲੇ ਹਨ। ਜਬ ਨਹੀਂ ਚੀਨਸ ਆਤਮ ਰਾਮ, ਜਿੰਨਾ ਚਿਰ ਅਸੀਂ ਆਪਣੇ ਨਿਜ ਵਿੱਚੋਂ, ਆਪਣੇ ਵਜੂਦ ਵਿੱਚੋਂ ਉਸ ਸਰਵ ਵਿਆਪਕ ਪਰਮੇਸ਼ਰ ਨੂੰ ਪਛਾਣਦੇ, ਸਿਝਾਣਦੇ, ਖੋਜਦੇ ਨਹੀਂ ਹਾਂ। ਆਪਾਂ ਭਗਤ ਪੀਪਾ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਵਿਚਾਰਿਆ ਹੈ ਪਿਛਲੇ ਦੀਵਾਨਾਂ ਵਿੱਚ। ਬੜੇ ਪਿਆਰੇ ਬੋਲ ਹਨ ਉਸ ਸ਼ਬਦ ਦੇ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨੈਵੇਦਾ, ਕਾਇਓ ਪੂਜੋ ਪਾਤੀ। ਫਿਰ ਲਿਖਦੇ ਹਨ, ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ ਰਹਾਉ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਭਾਵ ਜੋ ਸਾਰੇ ਬ੍ਰਹਿਮੰਡ ਵਿੱਚ ਜੋ ਸੱਤਾ ਮੌਜੂਦ ਹੈ ਉਹ ਸਾਡੇ ਆਪਣੇ ਪਿੰਡ ਸਰੀਰ ਭਾਵ ਆਪਣੇ ਜਿਹੜਾ ਸਾਡਾ ਵਜੂਦ ਹੈ ਉਹਦੇ ਅੰਦਰ ਵੀ ਮੌਜੂਦ ਹੈ। ਜੋ ਖੋਜੈ ਸੋ ਪਾਵੈ, ਜਿਹੜਾ ਉਸ ਨੂੰ ਆਪਣੇ ਨਿਜ ਵਿੱਚੋਂ ਤਲਾਸ਼ਦਾ ਹੈ, ਨਿਜ ਵਿੱਚੋਂ ਖੋਜਦਾ ਹੈ, ਉਹ ਪ੍ਰਾਪਤ ਕਰ ਲੈਂਦਾ ਹੈ। ਇਸ ਬਾਬਤ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਕਿ ਜਦੋਂ ਅਸੀਂ ਆਪਣੇ ਨਿਜ ਨੂੰ ਖੋਜਦੇ ਹਾਂ ਤਾਂ ਸਾਡਾ ਨਿਜ ਨੂੰ ਖੋਜਣ ਦਾ ਅਰਥ ਕੀ ਹੁੰਦਾ ਹੈ? ਨਿਜ ਨੂੰ ਖੋਜਣ ਦਾ ਭਾਵ ਹੈ, ਜਿਵੇਂ ਹਜ਼ੂਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਜਨ ਨਾਨਕ ਬਿਨ ਆਪਾ ਚੀਨੈ, ਆਪੇ ਨੂੰ ਪਛਾਨਣਾ, ਨਿਜ ਨੂੰ ਸਿਝਾਨਣਾ ਕਿ ਮੈਂ ਕੌਣ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਮੈਂ ਇੱਕ ਪਰਮ ਸੱਤਾ ਦਾ, ਪਰਮੇਸ਼ਰੀ ਸੱਤਾ ਦਾ ਇੱਕ ਛੋਟਾ ਜਿਹਾ ਅੰਸ਼ ਹਾਂ, ਹਿੱਸਾ ਹਾਂ, ਅੰਗ ਹਾਂ। ਮੈਂ ਉਸ ਤੋਂ ਭਿੰਨ ਨਹੀਂ ਹਾਂ। ਪਰ ਮੈਂ ਭੁੱਲਿਆ ਕਿਉਂ ਹੋਇਆ ਹਾਂ? ਜੇ ਮੈਂ ਉਸ ਤੋਂ ਵੱਖਰਾ ਨਹੀਂ ਹਾਂ ਤੇ ਉਹ ਪਰਮੇਸ਼ਰੀ ਸੱਤਾ ਮੇਰੇ ਅੰਦਰ ਹੈ, ਫਿਰ ਮੈਂ ਭੁੱਲਿਆ ਕਿਉਂ ਹੋਇਆ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਅਸੀਂ ਭਰਮ ਵਿੱਚ ਹਾਂ ਤੇ ਉਹ ਭਰਮ ਜਿੰਨਾ ਚਿਰ ਅੰਦਰੋਂ ਦੂਰ ਨਹੀਂ ਹੁੰਦਾ, ਭਰਮ ਦਾ ਪਰਦਾ ਸਾਡੇ ਅੰਦਰੋਂ ਹਟਦਾ ਨਹੀਂ, ਉਹਨਾਂ ਚਿਰ ਅਸੀਂ ਆਪਣੇ ਨਿਜ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਜਾਂ ਪਰਮੇਸ਼ਰ ਨੂੰ ਆਪਣੇ ਨਿਜ ਵਿੱਚ ਵਸਿਆ ਹੋਇਆ ਸਿਝਾਣ ਪਹਿਚਾਣ ਨਹੀਂ ਸਕਦੇ ਤੇ ਨਾ ਉਸ ਦਾ ਅਸੀਂ ਅਹਿਸਾਸ ਕਰ ਸਕਦੇ ਹਾਂ। ਇਹ ਭਰਮ ਕਿਉਂ ਹੈ ਸਾਡੇ ਅੰਦਰ? ਭਰਮ ਕੀ ਹੈ ਪਹਿਲਾਂ ਇਹ ਸਮਝੀਏ। ਭਰਮ ਇਹ ਹੈ, ਪਛਾਣਦੇ ਇਸ ਲਈ ਨਹੀਂ ਹਾਂ ਕਿ ਭਰਮ ਹੈ। ਭਰਮ ਇਹ ਹੈ ਕਿ ਅਸੀਂ ਕੁਝ ਹਾਂ ਔਰ ਵੱਖਰੇ ਹਾਂ। ਸਾਡੀ ਹਉ, ਸਾਡੀ ਹੰਗਤਾ ਦਾ ਬਹੁਤ ਵੱਡਾ ਪਰਦਾ ਜਿਹੜਾ ਹੈ, ਇੱਕ ਮਜ਼ਬੂਤ ਕੰਧ ਇਸ ਨੂੰ ਬਾਣੀ ਨੇ ਕਿਹਾ, ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਏ। ਇਹ ਭਰਮ ਕਿਉਂ ਪੈਦਾ ਹੋਇਆ? ਅਗਿਆਨਤਾ ਕਰਕੇ। ਅਗਿਆਨਤਾ ਕਿਵੇਂ ਮਿਟੇਗੀ? ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਨਾਲ, ਆਪਣੇ ਅੰਦਰ ਦੀ ਬੇਸਮਝੀ ਤੋਂ ਛੁਟਕਾਰਾ ਪਾ ਕੇ ਹੌਲੀ 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 ਸਫ਼ਰ ਕਰਦਿਆਂ ਸਾਡੇ ਅੰਦਰ ਵਿਵੇਕ ਦਾ ਦੀਵਾ ਜਗਮਗਾਏਗਾ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾਉ ਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਅੰਧਕਾਰ ਦੂਰ ਹੋਏਗਾ, ਭਰਮ ਦੂਰ ਹੋਏਗਾ, ਅਸੀਂ ਆਪਣੇ ਨਿਜ ਸਵੈ ਸਰੂਪ ਦੀ ਪਹਿਚਾਣ ਕਰ ਸਕਾਂਗੇ। ਮੈਂ ਕੌਣ ਹਾਂ? ਮੈਂ ਕਿਸ ਦਾ ਹਿੱਸਾ ਹਾਂ? ਮੇਰੇ ਵਜੂਦ ਵਿੱਚ ਕੌਣ ਹੈ? ਜਦੋਂ ਮੈਂ ਆਪਣੇ ਨਿਜ ਸਰੂਪ ਨੂੰ ਪਹਿਚਾਣ ਜਾਵਾਂਗਾ ਤਾਂ ਇਹ ਜਿਹੜਾ ਸਫ਼ਰ ਹੈ ਇਹ ਕਿਸੇ ਕਰਮਕਾਂਡ ਦੇ ਆਸਰੇ ਦੇ ਉੱਤੇ ਨਹੀਂ ਕੀਤਾ ਜਾਣਾ। ਜਿਹੜਾ ਮਨੁੱਖ ਇਹ ਸੋਚਦਾ ਵੀ ਕਿਸੇ ਹੱਠ ਦੇ ਨਾਲ, ਆਪਣੇ ਕਰਮ ਦੇ ਬਲ ਦੇ ਨਾਲ ਮੈਂ ਇਹ ਸਫ਼ਰ ਤੈਅ ਕਰਾਂਗਾ, ਉਹਦੀ ਸਾਰੀ ਸੱਤਾ, ਉਹਦੀ ਸਾਰੀ એનર્ਜੀ, ਉਹਦੀ ਸਾਰੀ ਤਾਕਤ ਜਿਹੜੀ ਉਹ ਕਰਮਕਾਂਡ ਦੀ ਪੂਰਤੀ ਵਾਸਤੇ ਲੱਗਦੀ ਹੈ, ਉਹ ਆਪਣੇ ਸਵੈ ਸਰੂਪ ਨੂੰ ਪਹਿਚਾਨਣ ਦਾ ਯਤਨ ਨਹੀਂ ਕਰ ਸਕਦਾ।
ਇਹ ਮਾਰਗ ਹੈ ਗਿਆਨ ਦਾ ਮਾਰਗ, ਇਹ ਮਾਰਗ ਹੈ ਭਗਤੀ ਦਾ ਮਾਰਗ, ਇਹ ਮਾਰਗ ਹੈ ਘਾਲਣਾ ਦਾ ਮਾਰਗ। ਸਤਿਗੁਰੂ ਦਾ ਇੱਕ ਵਾਕ ਹਜ਼ੂਰ ਕਹਿੰਦੇ ਨੇ, ਘਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾ ਕਉ ਦਇਆ ਕਰੀ ਬੇਰੈ ਠਾਕੁਰ, ਤੈਨੂੰ ਗੁਰੈ ਕਮਾਨੋ ਮੰਤਾ। ਕਰਮਕਾਂਡ ਮਨੁੱਖ ਦੇ ਅੰਦਰ ਹਉਮੈ ਦਾ ਪ੍ਰਭਾਵ ਸਿਰਜਦੇ ਹਨ। ਮੈਂ ਕੁਝ ਕੀਤਾ ਹੈ, ਮੈਂ ਕੁਝ ਕਰ ਸਕਦਾ ਹਾਂ, ਮੈਂ ਇੰਨਾ ਕਰ ਲਿਆ ਹੈ। ਜਿਉਂ-ਜਿਉਂ ਕਰਮਾਂ ਦੀ ਗਿਣਤੀ ਵੱਧਦੀ ਹੈ, ਕਰਮ ਦਾ ਅਭਿਆਸ ਵੱਧਦਾ ਹੈ, ਤਿਉਂ-ਤਿਉਂ ਅੰਦਰ ਇੱਕ ਸੂਖਮ ਹਉਮੈ ਸਿਰ ਚੁੱਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਭਗਤੀ ਦਾ ਮਾਰਗ ਹੈ ਸਮਰਪਣ ਹੋਣ ਦਾ ਮਾਰਗ। ਮੈਂ ਕੁਝ ਵੀ ਕਰਨ ਹਾਰਾ ਨਹੀਂ ਹਾਂ, ਉਹਦੀ ਬਖਸ਼ਿਸ਼ ਤੇ ਉਹਦੀ ਕਿਰਪਾ ਵਰਸ ਰਹੀ ਹੈ। ਮੈਂ ਆਪਣੇ ਅੰਦਰ ਨੂੰ ਪੜਤਾਲਦਾ ਹਾਂ, ਖੋਜਦਾ ਹਾਂ, ਸਿਝਾਣਦਾ ਹਾਂ। ਮੈਂ ਆਪਣੇ ਆਪ ਵਿੱਚੋਂ ਤੇ ਸਾਰੀ ਖਲਕਤ ਵਿੱਚੋਂ ਇੱਕ ਹੀ ਜੋਤ ਨੂੰ ਵਰਸਦਾ ਵਰਤਦਾ ਤੇ ਜਗਦਾ ਹੋਇਆ ਜਦੋਂ ਮਹਿਸੂਸ ਕਰਦਾ ਹਾਂ, ਮੇਰੇ ਅੰਦਰ ਦੀ ਅਗਿਆਨਤਾ ਹਰੀ ਜਾਂਦੀ ਹੈ, ਅੰਦਰ ਦਾ ਭਰਮ ਮੁੱਕ ਜਾਂਦਾ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਸਾਨੂੰ ਇਹ ਭੇਦ ਫਰਕ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਸ ਭਰਮ ਵਿੱਚ ਹਾਂ, ਸਾਡੇ ਇਸ ਭਰਮ ਦਾ ਕਾਰਨ ਕੀ ਹੈ। ਤੋ ਭਗਤ ਕਬੀਰ ਜੀ ਮਹਾਰਾਜ ਨੇ ਰਹਾਉ ਦੇ ਬੰਦ ਵਿੱਚ ਫਰਮਾਇਆ ਕਿ ਕੁਝ ਲੋਕ ਐਸੇ ਹਨ ਜੋ ਆਪਣੇ ਸਰੀਰ ਤੇ ਵਸਤਰ ਨਹੀਂ ਪਹਿਨਦੇ, ਸਰੀਰ ਨੂੰ ਕਿਸੇ ਕੱਪੜੇ ਆਦਿਕ ਨਾਲ ਢੱਕਦੇ ਨਹੀਂ। ਐਸਾ ਨਹੀਂ ਵੀ ਉਹਨਾਂ ਦੇ ਕੋਲ ਪਹਿਨਣ ਨੂੰ ਨਹੀਂ ਹੈ, ਉਹ ਤਾਂ ਕਿਸੇ ਨੂੰ ਆਪਾਂ ਮਜਬੂਰੀ ਦੀ ਅਵਸਥਾ ਕਹਿ ਸਕਦੇ, ਕਿਸੇ ਕੋਲ ਕੁਝ ਪਹਿਨਣ ਨੂੰ ਹੀ ਨਹੀਂ, ਜਾਂ ਕੱਪੜਾ ਨਹੀਂ, ਜਾਂ ਸਾਧਨ ਨਹੀਂ, ਇਹ ਉਹਨਾਂ ਦੀ ਮਜਬੂਰੀ ਹੈ। ਪਰ ਇੱਕ ਉਹ ਲੋਕ ਹਨ ਜਿਹੜੇ ਰੱਬ ਦੀ ਪ੍ਰਾਪਤੀ ਲਈ ਕੱਪੜੇ ਦਾ ਤਿਆਗ ਕਰ ਦਿੰਦੇ ਨੇ, ਵੀ ਤਨ ਨੂੰ ਢੱਕਣਾ ਹੀ ਨਹੀਂ। ਉਹਦੇ ਪਿੱਛੇ ਭਾਵ ਕੀ ਹੈ? ਸਰੀਰ ਨੂੰ ਕਸ਼ਟ ਦੇਣਾ। ਗਰਮੀ ਹੋਏਗੀ, ਸਰਦੀ ਹੋਏਗੀ, ਧੁੱਪ ਹੋਏਗੀ, ਛਾਂ ਹੋਏਗੀ, ਮੀਂਹ ਹੋਏਗਾ, ਹਰ ਤਰ੍ਹਾਂ ਦੀ ਮੌਸਮੀ ਸਥਿਤੀ ਜਿਹੜੀ ਹੈ ਉਹ ਸਰੀਰ ਝੱਲੇ, ਸਰੀਰ ਨੂੰ ਕਸ਼ਟ ਆਵੇ ਤੇ ਸਾਡਾ ਸਰੀਰ ਨਾਲੋਂ ਮੋਹ ਟੁੱਟ ਜਾਏ। ਪਿੱਛੇ ਭਾਵ ਕੀ ਹੈ? ਵੀ ਸਰੀਰ ਦੀ ਕਿਸੇ ਵੀ ਲੋੜ ਨੂੰ ਪੂਰਿਆ ਨਹੀਂ ਕਰਨਾ, ਸਰੀਰ ਦਾ ਮੋਹ ਹੀ ਨਹੀਂ ਕਰਨਾ। ਸਮਝੋ ਸਰੀਰ ਤੇ ਹੈ ਹੀ ਨਹੀਂ, ਦੇਹੀ ਤੇ ਹੈ ਹੀ ਨਹੀਂ। ਜਦੋਂ ਮੈਂ ਦੇਹੀ ਨੂੰ ਢੱਕਣ ਲੱਗ ਪਿਆ ਹਾਂ, ਜਦੋਂ ਮੈਂ ਦੇਹੀ ਨੂੰ ਸਵਾਰਨ ਲੱਗ ਪਿਆ ਹਾਂ, ਜਦੋਂ ਮੈਂ ਦੇਹੀ ਨੂੰ ਧੋਣ ਲੱਗ ਪਿਆ ਹਾਂ, ਜਦੋਂ ਮੈਂ ਦੇਹੀ ਨੂੰ ਖਵਾਉਣ ਲੱਗ ਪਿਆ ਹਾਂ, ਤਾਂ ਇਹ ਸਾਰੇ ਕਰਮ ਜਿਹੜੇ ਨੇ ਦੇਹੀ ਨੂੰ ਪਾਲਣ ਵਾਲੇ ਪਾਸੇ ਤੁਰਨਗੇ। ਫਿਰ ਪਹਿਨਣ ਤੱਕ ਗੱਲ ਨਹੀਂ ਰੁਕੇਗੀ, ਹੋਰ ਚੰਗਾ ਪਹਿਨਣ ਦੀ ਇੱਛਾ ਜਾਗੇਗੀ। ਇਸ ਲਈ ਐਸੇ ਲੋਕਾਂ ਨੇ ਸਰੀਰ ਨੂੰ ਨਗਨ ਰੱਖਣਾ ਹੀ ਉੱਤਮ ਕਾਰਜ ਮੰਨ ਲਿਆ, ਵੀ ਸਰੀਰ ਨੂੰ ਨੰਗਿਆਂ ਰੱਖਣਾ, ਜੰਗਲਾਂ ਦੇ ਵਿੱਚ ਪਸ਼ੂਆਂ ਦੀ ਨਿਆਈ। ਤੋ ਉਹਨਾਂ ਦੇ ਪਿੱਛੇ ਭਾਵ ਇਹ ਹੁੰਦਾ ਵੀ ਸਰੀਰ ਦਾ ਮੋਹ ਮੁੱਕ ਜਾਏ। ਸਮਝੋ ਸਰੀਰ ਤੇ ਹੈ ਹੀ ਨਹੀਂ, ਅਸੀਂ ਸਰੀਰ ਦੇ ਤਲ ਤੇ ਜਿਉਂਦੇ ਹੀ ਨਹੀਂ। ਯਥਾ ਜਿਵੇਂ ਜੈਨੀਆਂ ਦਾ ਇੱਕ ਫਿਰਕਾ ਹੈ, ਉਹਨਾਂ ਨੂੰ ਦਿਗੰਬਰ ਕਹਿੰਦੇ ਹਨ। ਉਹਨਾਂ ਦੋ ਵੱਡੇ ਫਿਰਕੇ ਨੇ, ਇੱਕ ਸ਼ਵੇਤਾਂਬਰ ਨੇ, ਇੱਕ ਦਿਗੰਬਰ ਨੇ। ਇੱਕ ਵਸਤਰ ਪਹਿਨਦੇ ਨੇ, ਇੱਕ ਵਸਤਰ ਨਹੀਂ ਪਹਿਨਦੇ। ਜੋਗੀਆਂ ਦੇ ਵਿੱਚ ਵੀ ਇੱਕ ਫਿਰਕਾ ਹੈ, ਅਘੋਰੀ ਜੋਗੀ ਉਹਨਾਂ ਨੂੰ ਕਹਿੰਦੇ ਨੇ, ਉਹ ਵੀ ਵਸਤਰਹੀਨ ਹੁੰਦੇ ਨੇ। ਤਾਂ ਹੋਰ ਬਹੁਤ ਸਾਰੇ ਮਤਾਂ ਵਿੱਚ ਵੀ ਹੈ ਵੀ ਤਨ ਨੂੰ ਢੱਕਣਾ ਹੀ ਨਹੀਂ, ਜਾਣ ਬੁੱਝ ਕੇ ਵਸਤਰ ਦਾ ਤਿਆਗ ਕਰਨਾ ਹੈ ਤਾਂ ਕਿ ਦੇਹ ਦੀ ਲੋੜ ਤੋਂ ਮੁਕਤ ਹੋਇਆ ਜਾਏ। ਜਦੋਂ ਲੋੜ ਵੱਲ ਧਿਆਨ ਨਹੀਂ ਜਾਏਗਾ ਤਾਂ ਮੋਹ ਨਹੀਂ ਰਹੇਗਾ, ਸਰੀਰ ਤੇ ਹੈ ਹੀ ਨਹੀਂ। ਹੁਣ ਕੀ ਅਜਿਹਾ ਕਰਮ ਜਿਹੜਾ ਹੈ ਕੇਵਲ ਸਰੀਰ ਨੂੰ ਕਸ਼ਟ ਦੇਣ ਮਾਤਰ ਨਾਲ ਅਸੀਂ ਮੋਹ ਤੋਂ ਛੁਟਕਾਰਾ ਪਾ ਲਵਾਂਗੇ? ਕੀ ਮੋਹ ਕੇਵਲ ਇਸ ਗੱਲ ਦਾ ਹੀ ਹੈ ਕਿ ਸਰੀਰ ਦੇ ਉੱਤੇ ਚੰਗਾ ਕੱਪੜਾ ਪਹਿਨਿਆ ਜਾਏ? ਮੋਹ ਦੇ ਹੋਰ ਕਈ ਰੂਪ ਹਨ। ਮੋਹ ਹੋਰ ਕਈ ਰੂਪਾਂ ਵਿੱਚ ਵੀ ਪ੍ਰਗਟ ਹੋ ਸਕਦਾ ਹੈ। ਤੋ ਇੱਕ ਦੂਜੀ ਸਥਿਤੀ ਵਾਲਿਆਂ ਦਾ ਜ਼ਿਕਰ ਵੀ ਕੀਤਾ ਹੈ, ਜਿਹੜੇ ਆਪਣੇ ਤਨ ਨੂੰ, ਸਰੀਰ ਦੇ ਕੁਝ ਹਿੱਸਿਆਂ ਨੂੰ, ਜਿਨ੍ਹਾਂ ਨੂੰ ਸਮਾਜ ਵਿੱਚ ਨੰਗਿਆਂ ਰੱਖਣਾ ਸਹੀ ਨਹੀਂ ਮੰਨਿਆ ਜਾਂਦਾ, ਸ਼ਿਸ਼ਟਾਚਾਰ ਤੋਂ, ਨੈਤਿਕਤਾ ਤੋਂ ਉਲਟ ਸਮਝਿਆ ਜਾਂਦਾ ਹੈ, ਜੋ ਸਮਾਜ ਦੀਆਂ ਤਰਜੀਹਾਂ ਨੇ, ਉਹਨੇ ਸਰੀਰ ਦੇ ਹਿੱਸੇ ਨੂੰ ਮਿਰਗਸ਼ਾਲਾ ਆਦਿਕ, ਚਮੜੀ ਆਦਿਕ ਦੇ ਨਾਲ ਕੱਜ ਲੈਂਦੇ ਨੇ। ਉਹਨਾਂ ਨੇ ਵੀ ਖਾਸ ਤਰੀਕਾ ਅਪਣਾਇਆ ਹੋਇਆ ਵੀ
ਸਰੀਰ ਦੇ ਉਸ ਹਿੱਸੇ ਨੂੰ ਕੱਜਣਾ ਹੀ ਕੇਵਲ ਚਮੜੇ ਨਾਲ, ਮਿਰਗਸ਼ਾਲਾ ਆਦਿਕ ਲੱਕ ਨਾਲ ਬੰਨ੍ਹ ਲਈ। ਤੇ ਉਹਨਾਂ ਨੂੰ ਪੁੱਛੋ ਜੇ ਤੁਸੀਂ ਕੱਜਣਾ ਹੀ ਹੈ ਤਾਂ ਚੱਜ ਨਾਲ ਤੁਸੀਂ ਕੋਈ ਸਧਾਰਨ ਵਸਤਰ ਦੀ ਵਰਤੋਂ ਕਰ ਸਕਦੇ ਹੋ। ਕਹਿੰਦੇ ਨਹੀਂ, ਚਮੜੇ ਨੂੰ ਚਮੜੇ ਨਾਲ ਕੱਜੋ, ਵਸਤਰ ਦੀ ਲੋੜ ਨਹੀਂ ਰੱਖਣੀ, ਕੱਪੜੇ ਵੱਲ ਧਿਆਨ ਹੀ ਨਹੀਂ ਦੇਣਾ, ਸਧਾਰਨ ਗ੍ਰਸਤੀ ਲੋਕਾਂ ਵਾਂਗ ਆਪਣੀ ਜ਼ਿੰਦਗੀ ਜੀਣੀ ਹੀ ਨਹੀਂ। ਹੁਣ ਭਗਤ ਜੀ ਮਹਾਰਾਜ ਨੇ ਦੋਨਾਂ ਕਿਸਮਾਂ ਦੇ ਲੋਕਾਂ ਨੂੰ ਸਨਮੁਖ ਰੱਖਿਆ। ਉਹ ਕਹਿੰਦੇ ਕਿਆ ਨਾਂਗੇ ਕਿਆ ਬਾਂਦੇ ਚਾਮ, ਕੀ ਹੋਇਆ ਜੇ ਤੁਸੀਂ ਨਗਨ ਹੋ, ਜਾਂ ਕੀ ਹੋਇਆ ਜੇ ਤੁਸੀਂ ਮਿਰਗਸ਼ਾਲਾ ਜਾਂ ਚਮੜੇ ਆਦਿਕ ਨਾਲ ਆਪਣੇ ਤਨ ਦਾ ਜ਼ਰੂਰੀ ਹਿੱਸਾ ਕੱਜ ਲਿਆ ਹੈ। ਤੁਹਾਡੇ ਇਹਨਾਂ ਸਾਧਨ ਮਾਤਰਾਂ ਦੇ ਨਾਲ, ਤੁਹਾਡੇ ਇਹਨਾਂ ਕਰਮ ਕਾਂਡਾਂ ਦੇ ਨਾਲ, ਤੁਹਾਡੇ ਇਸ ਹੱਠ ਦੇ ਨਾਲ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੋਗੇ। ਕੀ ਹੋਇਆ ਜੇ ਤੁਸੀਂ ਇਹ ਕੁਝ ਕਰ ਲਿਆ। ਪਰ ਉਹਨਾਂ ਚਿਰ ਤੁਹਾਡਾ ਮਕਸਦ ਪੂਰਾ ਨਹੀਂ ਹੁੰਦਾ ਜਬ ਨਹੀਂ ਚੀਨਸ ਆਤਮ ਰਾਮ। ਚੀਨਸ ਦਾ ਮਤਲਬ ਹੈ ਪਛਾਨਣਾ, ਆਤਮ ਦਾ ਮਤਲਬ ਹੈ ਨਿਜ ਸਰੂਪ ਵਿੱਚੋਂ, ਆਪਣੇ ਵਜੂਦ ਵਿੱਚੋਂ, ਆਪਣੇ ਅੰਤਰਾਤਮੇ ਵਿੱਚੋਂ ਰਾਮ ਸਰਵ ਵਿਆਪਕ ਪਰਮੇਸ਼ਰ ਨੂੰ। ਜਿੰਨਾ ਚਿਰ ਅਸੀਂ ਆਪਣੇ ਨਿਜ ਵਿੱਚੋਂ, ਆਪਣੇ ਵਜੂਦ ਵਿੱਚੋਂ ਉਸ ਪਰਮੇਸ਼ਰ ਵਾਹਿਗੁਰੂ ਨੂੰ ਸਿਝਾਣਦੇ, ਜਾਣਦੇ, ਪਛਾਣਦੇ ਨਹੀਂ, ਉਸ ਨੂੰ ਆਪਣੇ ਅੰਦਰ ਵਸਿਆ ਹੋਇਆ ਔਰ ਆਪਣੇ ਆਪ ਨੂੰ ਉਹਦਾ ਅੰਗ ਨਹੀਂ ਅਹਿਸਾਸ ਕਰਦੇ, ਜਿੰਨਾ ਚਿਰ ਸਾਡੇ ਅੰਦਰ ਆਪਣੇ ਸਵੈ ਸਰੂਪ ਪ੍ਰਤੀ ਇਹ ਸੋਝੀ ਤੇ ਪਛਾਣ ਨਹੀਂ ਆਉਂਦੀ, ਉਹਨਾਂ ਚਿਰ ਇਹ ਸਾਰੇ ਯਤਨ ਨਿਰਾਰਥਕ ਨੇ, ਇਹ ਸਾਰੀਆਂ ਕੋਸ਼ਿਸ਼ਾਂ ਵਿਅਰਥ ਨੇ। ਇਹ ਮਹਿਜ਼ ਇੱਕ ਪ੍ਰੈਕਟਿਸ ਹੈ ਜਿਹੜੀ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ, ਲਗਾਤਾਰ ਬੰਦਾ ਇੱਕ ਪ੍ਰੈਕਟਿਸ ਹੀ ਕਰੀ ਜਾ ਰਿਹਾ। ਮਨ ਨੂੰ ਸਫ਼ਰ ਤੇ ਬਹੁਤ ਕਰ ਰਿਹਾ, ਪਹੁੰਚਦਾ ਕਿਤੇ ਨਹੀਂ। ਯਥਾ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ, ਪਹੁੰਚ ਨਾ ਸਕਿਓ ਤਹਾਂ ਜਹਾਂ ਮੋਏ ਜਾਨੋ। ਤੋ ਆਰੰਭ ਦੇ ਵਾਕ ਵਿੱਚ ਭਗਤ ਜੀ ਮਹਾਰਾਜ ਫਰਮਾਉਂਦੇ ਨੇ, ਨਗਨ ਫਿਰਤ ਜਾਓ ਪਾਈਆ ਜੋਗ, ਬਨ ਕਾ ਮਿਰਗ ਮੁਕਤ ਸਭ ਹੋ। ਹੇ ਭਾਈ, ਜੇ ਤਨ ਨੂੰ ਅਲਫ ਨੰਗਿਆਂ ਰੱਖਿਆ, ਕੱਪੜੇ ਦੀ ਜ਼ਰੂਰਤ ਤੋਂ ਮੁਨਕਰ ਹੋਇਆ, ਜਾਂ ਤਨ ਨੂੰ ਢੱਕਣ ਤੋਂ ਆਕੀ ਬਾਗੀ ਹੋਇਆ, ਮੁਨਕਰ ਹੋਇਆ, ਜੋ ਪਾਈਆ ਜੋਗ, ਜੋਗ ਦਾ ਅਰਥ ਹੈ ਮਿਲਾਪ। ਜੇ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ, ਜੇ ਕੇਵਲ ਇਸੇ ਚੀਜ਼ ਨੂੰ ਹੀ ਤੁਸੀਂ ਮੁੱਖ ਰੱਖ ਲਿਆ ਹੈ, ਬਨ ਕਾ ਮਿਰਗ ਮੁਕਤ ਸਭ ਹੋ। ਮਿਰਗ ਦਾ ਅਰਥ ਹੈ ਹਿਰਨ ਆਦਿਕ ਜਾਂ ਜੰਗਲੀ ਜਾਨਵਰ, ਜਿਹੜੇ ਨੇ ਜਿੰਨੇ ਵੀ ਪਸ਼ੂ ਨੇ, ਪੰਛੀ ਨੇ, ਜਾਨਵਰ ਨੇ, ਜੰਗਲਾਂ ਆਦਿਕ ਵਿੱਚ ਰਹਿਣ ਵਾਲੇ, ਉਹ ਕਿਹੜੇ ਕੱਪੜਾ ਪਹਿਨਦੇ ਨੇ? ਉਹਨਾਂ ਦਾ ਤਨ ਕਿਹੜਾ ਕਿਸੇ ਵਸਤਰ ਆਦਿਕ ਨਾਲ ਜਾਂ ਕਿਸੇ ਹੋਰ ਸਾਧਨ ਨਾਲ ਢੱਕਿਆ ਹੁੰਦਾ? ਉਹ ਤਾਂ ਨੰਗੇ ਹੀ ਰਹਿੰਦੇ ਨੇ। ਤੋ ਭਗਤ ਕਬੀਰ ਜੀ ਮਹਾਰਾਜ ਦਲੀਲ ਦਿੰਦੇ ਨੇ, ਕਹਿੰਦੇ ਬਨ ਕਾ ਮਿਰਗ ਮੁਕਤ ਸਭ ਹੋ। ਫਿਰ ਤਾਂ ਉਹ ਸਾਰੇ ਹੀ ਮੁਕਤ ਹੋ ਜਾਣ, ਸਾਰਿਆਂ ਦਾ ਹੀ ਭਲਾ ਹੋ ਜਾਏ, ਸਾਰੇ ਹੀ ਪਰਮੇਸ਼ਰ ਤੱਕ ਪਹੁੰਚ ਜਾਣ। ਪਰ ਉਹ ਨਹੀਂ ਪਹੁੰਚੇ। ਜੇ ਕੇਵਲ ਨਗਨ ਰਹਿਣਾ ਹੀ ਹੱਲ ਹੈ, ਇਬਾਦਤ ਹੈ, ਭਗਤੀ ਹੈ, ਰੱਬ ਤੱਕ ਪਹੁੰਚਣ ਦਾ ਸਾਧਨ ਹੈ, ਸਭ ਤੋਂ ਸਿਖਰ ਹੈ ਕਿਰਦਾਰ ਦੀ, ਜੇ ਇਸੇ ਨੂੰ ਸਭ ਤੋਂ ਉੱਚੀ ਸਿਖਰ ਮੰਨ ਲਿਆ ਜਾਏ ਵੀ ਇਹੀ ਧਾਰਮਿਕ ਹੋਣਾ ਹੈ, ਜਾਂ ਇਹੀ ਉੱਚੀ ਆਤਮਿਕ ਅਵਸਥਾ ਤੱਕ ਪਹੁੰਚਣਾ ਹੈ, ਜਾਂ ਇਹੀ ਸਭ ਤੋਂ ਵੱਡੇ ਧਰਮਾਤਮਾ ਹੋਣ ਦੀ ਸਿਖਰ ਹੈ, ਤਾਂ ਫਿਰ ਜੰਗਲ ਦੇ ਜਿਤਨੇ ਵੀ ਜਾਨਵਰ ਨੇ, ਪਸ਼ੂ ਪੰਛੀ ਆਦਿਕ ਨੇ, ਹਿਰਨ ਆਦਿਕ ਨੇ, ਫਿਰ ਤਾਂ ਉਹ ਸਾਰੇ ਮੁਕਤ ਸਮਝੇ ਜਾਣੇ ਚਾਹੀਦੇ ਨੇ, ਸਭਨਾਂ ਦਾ ਭਲਾ ਹੋਇਆ ਸਮਝਿਆ ਜਾਣਾ ਚਾਹੀਦਾ, ਸਾਰੇ ਹੀ ਧਰਮਾਤਮਾ ਸਮਝੇ ਜਾਣੇ ਚਾਹੀਦੇ ਨੇ, ਸਾਰੇ ਹੀ ਮੰਜ਼ਿਲੇ ਮਕਸੂਦ ਤੱਕ ਪਹੁੰਚੇ ਹੋਏ ਮੰਨੇ ਜਾਣੇ ਚਾਹੀਦੇ ਨੇ। ਪਰ ਅਜਿਹਾ ਨਹੀਂ ਹੈ। ਫਿਰ ਅਗਲੀ ਉਦਾਹਰਣ ਵਿੱਚ ਬਖਸ਼ਿਸ਼ ਕਰਦੇ ਨੇ, ਮੂੰਡ ਮੁੰਡਾਏ ਜੋ ਸਿੱਧ ਪਾਈ। ਬਹੁਤ ਸਾਰੇ ਫਿਰਕੇ ਹਨ ਭਾਰਤ ਵਿੱਚ, ਜਿਹੜੇ ਆਪਣੇ ਸਿਰ ਦੇ ਜਾਂ ਸਰੀਰ ਦੇ ਕੇਸ ਜਿਹੜੇ ਹਨ ਉਹ ਸਾਰੇ ਹੀ ਪੁੱਟ ਲੈਂਦੇ। ਜਿਵੇਂ ਜੈਨੀਆਂ ਦੇ ਵਿੱਚ ਇਹ ਰਵਾਇਤ ਹੈ, ਉਹਨਾਂ ਦਾ ਇੱਕ ਜ਼ਿਕਰ ਵੀ ਮਹਾਰਾਜ ਨੇ ਬਾਣੀ ਦੇ ਵਿੱਚ ਕੀਤਾ ਹੈ, ਸਿਰ ਖੋਹਾਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਇਹ ਸ਼ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ। ਇੱਕ ਜੈਨੀ ਉਜੜ ਪਾਏ ਧੁਰੋਂ ਖੁਆਇਆ, ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ। ਸਾਹਿਬ ਸਤਿਗੁਰੂ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕਰਦਿਆਂ ਉਦਾਹਰਣ ਦਿੱਤੀ ਹੈ। ਉਹ ਕੀ ਕਰਦੇ ਨੇ? ਜਦੋਂ ਕੋਈ ਸਾਧੂ ਬਣਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਜੈਨੀ ਸਾਧੂ ਬਣਦਾ, ਜਿਹੜਾ ਤਿਆਗ ਲੈਂਦਾ ਹੈ,
ਤਾਂ ਉਹਦੇ ਸਿਰ ਦੇ ਵਾਲ ਜਿਹੜੇ ਹਨ ਉਹ ਇੱਕ ਇੱਕ ਕਰਕੇ ਉਹ ਪੁੱਟਦੇ ਨੇ ਵੀ ਦੁਬਾਰਾ ਉੱਗਣ ਹੀ ਨਾ, ਦੁਬਾਰਾ ਪੈਦਾ ਹੀ ਨਾ ਹੋਣ। ਇੱਕ ਤਾਂ ਉਹਦੇ ਉੱਤੋਂ ਮੁੰਨ ਦੇਣੇ ਤੇ ਉਹ ਫਿਰ ਉਗਾਉਣਗੇ। ਉਹ ਮੁੱਢੋਂ ਪੁੱਟਦੇ ਨੇ ਸਵਾਦਕ ਮਲ ਕੇ, ਜਾਂ ਹੁਣ ਹੋਰ ਚੀਜ਼ਾਂ ਦੀ ਵਰਤੋਂ ਕਰਨ ਲੱਗ ਪਏ ਤੇ ਉਹਦੇ ਨਾਲ ਉਹ ਇਹ ਇਕੱਲੇ ਇਕੱਲੇ ਵਾਲ ਨੂੰ ਪੁੱਟ ਕੇ ਉਹਨੂੰ ਗੰਜਿਆਂ ਕਰਦੇ ਨੇ। ਇੱਕ ਤਾਂ ਇਹ ਰਵਾਇਤ ਹੋ ਗਈ ਵੀ ਸਾਧੂ ਬਣਨਾ ਹੈ ਤਾਂ ਆਪਣੇ ਸਿਰ ਦੇ ਜਿਹੜੇ ਸਰੀਰ ਦੇ ਵਾਲ ਜਿਹੜੇ ਨੇ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਪੁੱਟਣਾ ਹੈ ਸਵਾਦਕ ਮਲ ਕੇ, ਵੀ ਉਗਣ ਨਾ। ਇਹਨੂੰ ਜ਼ਰੂਰੀ ਸਮਝਿਆ ਗਿਆ। ਤੇ ਕੁਝ ਇੱਕ ਐਸੇ ਹਨ ਭਾਰਤ ਵਿੱਚ ਜਿਵੇਂ ਆਪਣੇ ਕੇਸ ਦੇਵਤਿਆਂ ਨੂੰ ਭੇਟਾ ਕਰ ਹੁੰਦਾ, ਤਾਂ ਮੰਦਰਾਂ ਵਿੱਚ ਮੁੰਡਨ ਦਾ ਪ੍ਰਬੰਧ ਵੀ ਹੁੰਦਾ ਵੀ ਮੁੰਡਨ ਕਰਾਉਣਾ ਹੈ ਫਲਾਂ ਮੰਦਰ ਵਿੱਚ ਜਾ ਕੇ ਉੱਥੇ ਆਪਣੇ ਕੇਸ ਦੇਵਤੇ ਨੂੰ ਅਰਪਿਤ ਕਰ ਦੇਣਾ। ਪੁਰਾਣੇ ਸਮੇਂ ਤਾਂ ਕੰਮ ਨਹੀਂ ਸਨ ਆਉਂਦੇ, ਹੁਣ ਤਾਂ ਕੁਇੰਟਲਾਂ ਦੇ ਹਿਸਾਬ ਨਾਲ ਉੱਥੋਂ ਦੇ ਪੁਜਾਰੀ ਤੇ ਪ੍ਰਬੰਧਕ ਲੋਕਾਂ ਦੇ ਮੁੰਨੇ ਕੇਸ ਚੁੱਕ ਕੇ ਵੇਚ ਆਉਂਦੇ ਨੇ, ਵਿਕ ਜਾਂਦੇ ਨੇ। ਅੱਜ ਕੱਲ੍ਹ ਲੋਕ ਧਰਮ ਪਾਲ ਰਹੇ ਨੇ, ਲੋਕ ਉਹਦੇ ਚੋਂ ਦੇਵਤੇ ਦੀ ਖੁਸ਼ੀ ਲੱਭ ਰਹੇ ਨੇ, ਤੇ ਪ੍ਰਬੰਧਕਾਂ ਤੇ ਪੁਜਾਰੀਆਂ ਨੇ ਉਹਦੇ ਚੋਂ ਬਿਜ਼ਨਸ ਲੱਭ ਲਿਆ ਵੀ ਠੀਕ ਹੈ ਜੇ ਲੋਕ ਮਨਾਉਂਦੇ ਨੇ, ਇਕੱਠੇ ਹੁੰਦੇ ਨੇ ਵਾਲ, ਉਹ ਵੇਚੇ ਜਾਂਦੇ ਨੇ, ਉਹ ਅੱਗੇ ਚਲੇ ਜਾਂਦੇ ਨੇ। ਹੁਣ ਉਹਦੇ ਪਿੱਛੇ ਜਿਹੜੀ ਧਾਰਨਾ ਹੈ, ਜਿਹੜਾ ਉਹਦੇ ਪਿੱਛੇ ਜਿਹੜੀ ਲੋਕਾਂ ਦੀ ਖਿਆਲ ਸ਼ਕਤੀ ਹੈ ਜਾਂ ਵਿਚਾਰ ਬਣਿਆ ਹੋਇਆ, ਉਹ ਹੈ ਦੇਵਤੇ ਨੂੰ ਆਪਣੇ ਕੇਸ ਭੇਟਾ ਕਰਨਾ, ਮੁੰਡਨ ਕਰਾਉਣਾ ਪਵਿੱਤਰ ਕਾਰਜ ਹੈ, ਪੁੰਨ ਦਾ ਕੰਮ ਹੈ, ਦੇਵਤੇ ਦੀ ਖੁਸ਼ੀ ਲਈ ਹੈ। ਤੇ ਜਿਹੜੇ ਸਾਧੂ ਆਪਣੇ ਕੇਸ ਵਿਹੀਨ ਹੋ ਜਾਂਦੇ ਹਨ, ਉਹਨਾਂ ਦੇ ਪਿੱਛੇ ਭਾਵ ਕੀ ਹੈ? ਪਰਮੇਸ਼ਰ ਨੂੰ ਮਿਲਣ ਵਾਸਤੇ ਇਹਨਾਂ ਕੇਸਾਂ ਦਾ ਤਿਆਗ। ਹੁਣ ਦੋ ਤਰੀਕੇ ਨੇ, ਇੱਕ ਉਹਨੇ ਜਿਹੜੇ ਕੇਸ ਮੁੱਢੋਂ ਖਤਮ ਕਰ ਦਿੰਦੇ ਨੇ, ਦੂਜੇ ਉਹਨੇ ਜਿਹੜੇ ਕੇਸਾਂ ਦੀਆਂ ਜਟਾਵਾਂ ਵਧਾ ਲੈਂਦੇ ਨੇ। ਗੁਰੂ ਸਾਹਿਬ ਨੇ ਦੋਨਾਂ ਦਾ ਹੀ ਜ਼ਿਕਰ ਕੀਤਾ। ਭਗਤ ਕਬੀਰ ਸਾਹਿਬ ਦੇ ਸ਼ਲੋਕ ਨੇ, ਜਦੋਂ ਆਪਾਂ ਸ਼ਲੋਕਾਂ ਦੀ ਵਿਚਾਰ ਕਰਾਂਗੇ ਉੱਥੇ ਆਉਣਗੇ। ਇੱਕ ਜਗ੍ਹਾ ਉਹ ਕਹਿੰਦੇ ਨੇ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ। ਇੱਥੇ ਇਸ ਸ਼ਲੋਕ ਵਿੱਚ ਉਹਨਾਂ ਦਾ ਜ਼ਿਕਰ ਹੈ ਜਿਹੜੇ ਮੁੰਡਨ ਕਰਾ ਕੇ, ਕੇਸ ਪੁੱਟ ਕੇ ਜਾਂ ਕੇਸ ਕਟਾ ਕੇ ਦੇਵਤੇ ਦੀ, ਭਗਵਾਨ ਦੀ ਖੁਸ਼ੀ ਤੇ ਧਰਮ ਦੀ ਕਮਾਈ ਤੇ ਉੱਚੀ ਨੈਤਿਕਤਾ ਦਾ ਜੀਵਨ ਚਾਹੁੰਦੇ ਨੇ, ਜਿਹੜੇ ਇਹਨਾਂ ਕਰਮਾਂ ਦੇ ਵਿੱਚੋਂ ਜਿਹੜੇ ਚਾਹੁੰਦੇ ਨੇ, ਉਹਨਾਂ ਦੇ ਇਸ ਕਰਮਕਾਂਡ ਦਾ ਖੰਡਨ ਕੀਤਾ ਹੈ। ਤੇ ਦੂਜੇ ਪੱਖ ਵਿੱਚ ਵੀ ਬਿਆਨ ਕੀਤਾ ਹੈ। ਜੇ ਇਹ ਕਿਹਾ ਹੈ ਨਾ ਵੀ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡਿਓ ਜਾਏ ਅਜਾਏ, ਦੂਜੇ ਭਾਵ ਵਿੱਚ ਕੀ ਬਿਆਨ ਕੀਤਾ ਹੈ ਕਿ ਜੇ ਤੁਸੀਂ ਜਟਾਵਾਂ ਵਧਾ ਲਈਆਂ ਹਨ, ਉੱਥੇ ਸ਼ਬਦ ਹੈ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੰਡਾਏ। ਉੱਥੇ ਲਾਂਬੇ ਕੇਸ ਦਾ ਮਤਲਬ ਹੈ ਜਟਾਵਾਂ, ਲੰਮੀਆਂ ਜਟਾਵਾਂ ਵਧਾ ਲੈਣੀਆਂ। ਹੁਣ ਜਿਹੜੇ ਸਧਾਰਨ ਕੇਸ ਨੇ ਉਹ ਤਾਂ ਬੰਦਾ ਆਪ ਲੰਮੇ ਨਹੀਂ ਨਾ ਕਰਦਾ, ਉਹ ਤਾਂ ਨੈਚੁਰਲ ਹੀ ਹੈ ਨਾ, ਵੀ ਮਨੁੱਖ ਨੇ ਆਪਣੇ ਕੇਸਾਂ ਨੂੰ ਸਵਾਰਿਆ। ਕੁਦਰਤ ਦੀ ਬਖਸ਼ਿਸ਼ ਹੈ, ਜਿੰਨਾ ਚਿਰ ਕਾਇਮ ਰਹਿੰਦੇ ਹਨ ਉਹਨਾਂ ਦੀ ਸੇਵਾ ਤੇ ਸੰਭਾਲ ਮਨੁੱਖ ਕਰਦਾ, ਨਾ ਉਹਨਾਂ ਨੂੰ ਆਪਣੇ ਵੱਲੋਂ ਨੁਕਸਾਨ ਪਹੁੰਚਾਉਂਦਾ, ਨਾ ਆਪਣੇ ਵੱਲੋਂ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਵਾਧਾ ਜਾਂ ਘਾਟਾ ਕਰਦਾ। ਹੁਣ ਉੱਥੇ ਸ਼ਬਦ ਕੀ ਹੈ? ਭਾਵੇਂ ਲਾਂਬੇ ਕੇਸ ਕਰ, ਭਾਵੇਂ ਤੂੰ ਲੰਮੇ ਕੇਸ ਕਰ ਲੈ। ਹੁਣ ਬੰਦਾ ਲੰਮੇ ਕੇਸ ਕਿਵੇਂ ਕਰਦਾ? ਸਾਡੇ ਜਿਹੜੇ ਕੇਸ ਹਨ ਉਹ ਅਸੀਂ ਉਹਨਾਂ ਦੀ ਸਾਂਭ ਸੰਭਾਲ ਕਰ ਰਹੇ, ਲੰਮੇ ਹੋ ਜਾਣ ਤੇ ਹੋ ਜਾਣ। ਅਸੀਂ ਕੋਈ ਉਹਦੇ ਲਈ ਚਾਰਾ ਤੇ ਨਹੀਂ ਨਾ ਕਰ ਰਹੇ, ਕੋਈ ਯਤਨ ਤੇ ਨਹੀਂ ਨਾ ਕਰ ਰਹੇ ਵੀ ਲੰਮੇ ਹੋ ਜਾਣ, ਹੋਰ ਇੰਨੇ ਲੰਮੇ ਕੇਸ ਹੋ ਜਾਣ। ਲੰਮੇ ਕੇਸ ਕਰਨ ਵਾਸਤੇ ਯਤਨ ਕੌਣ ਕਰਦਾ ਹੈ? ਜਿਹੜਾ ਜਟਾਵਾਂ ਬਣਾਉਂਦਾ ਕੇਸਾਂ ਦੀਆਂ, ਉਹ ਚੇਚਾ ਯਤਨ ਕਰਦਾ ਵੀ ਕੇਸ ਜਿਹੜੇ ਨੇ ਉਹ ਜਟਾਵਾਂ ਬਣ ਕੇ ਇੱਕ ਵੱਡਾ ਸਾਰਾ ਸਿਰ ਦੇ ਉੱਤੇ ਜੂੜਾ ਬਣ ਜਾਏ। ਔਰ ਇਹ ਕਿੰਨਾਂ ਵਿੱਚ ਰਵਾਇਤ ਚੱਲਦੀ ਹੈ? ਜੋਗੀਆਂ ਵਿੱਚ ਚੱਲਦੀ ਹੈ। ਜਟਾਧਾਰੀ ਸਿੱਧਾਂ ਵਿੱਚ, ਜੋਗੀਆਂ ਵਿੱਚ ਜਟਾਵਾਂ ਰੱਖਣਾ ਇਹ ਉਹਨਾਂ ਦੇ ਧਰਮ ਕਰਮ ਦਾ ਇੱਕ ਅੰਗ ਤੇ ਹਿੱਸਾ ਹੈ। ਕੇਸਾਂ ਨੂੰ ਸਵਾਰਨਾ ਨਹੀਂ, ਖਾਸ ਵਿਧੀ ਦੇ ਨਾਲ ਉਹਦੀਆਂ ਜਟਾਵਾਂ ਬਣਾ ਕੇ ਉਹ ਇੱਕ ਸਾਧੂ ਹੋਣ ਦੀ ਨਿਸ਼ਾਨੀ ਧਾਰਨ ਕਰ ਲੈਣੀ ਵੀ ਇਹ ਇੱਕ ਸਾਧੂ ਹੋਣ ਦੀ ਨਿਸ਼ਾਨੀ ਹੈ। ਹੁਣ ਉਹਦੇ ਪਿੱਛੇ ਉਹਨਾਂ ਦਾ ਆਪਣਾ ਖਿਆਲ ਹੈ। ਤਾਂ ਕਬੀਰ ਜੀ ਨੇ ਕੇਸ ਰੱਖਣ ਤੋਂ ਮਨਾਹੀ ਨਹੀਂ ਕੀਤੀ,
ਉਹਨਾਂ ਨੇ ਕੇਸ ਕਟਾਉਣ ਵਾਲੇ ਜਾਂ ਮੁੰਡਨ ਕਰਾਉਣ ਵਾਲਿਆਂ ਦਾ ਵੀ ਜ਼ਿਕਰ ਕੀਤਾ ਤੇ ਉਹਨਾਂ ਨੇ ਕੇਸਾਂ ਦੀਆਂ ਜਟਾਵਾਂ ਵਧਾ ਲੈਣ ਵਾਲਿਆਂ ਦਾ ਵੀ ਜ਼ਿਕਰ ਕੀਤਾ। ਤੋ ਕਈ ਚਲਾਕ ਲੋਕ ਇੰਨਾ ਕੁ ਸ਼ਲੋਕ ਜਿਹੜਾ ਨਾ ਅੱਧਾ ਚੁੱਕ ਕੇ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਣ ਮੁੜਾਏ, ਉਹ ਇਹ ਉਦਾਹਰਣ ਦੇਣ ਦੀ ਕੋਸ਼ਿਸ਼ ਕਰ। ਵੇਖੋ ਕਬੀਰ ਸਾਹਿਬ ਤੇ ਕਹਿੰਦੇ ਭਾਵੇਂ ਰੱਖ ਲਓ ਭਾਵੇਂ ਨਾ ਰੱਖੋ, ਕੋਈ ਫਰਕ ਨਹੀਂ ਪੈਂਦਾ। ਉਹ ਆਪਣਾ ਪੱਖ ਸਿੱਧ ਕਰਦੇ ਨੇ, ਸਾਰੇ ਪ੍ਰਕਰਣ ਨੂੰ ਵਿਗਾੜ ਕੇ ਉਹ ਆਪਣਾ ਪੱਖ ਸਿੱਧ ਕਰ ਲੈਂਦੇ। ਹਾਲਾਂਕਿ ਸਮੁੱਚੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਜਦੋਂ ਯਾਦ ਕੀਤਾ ਤੇ ਉਹਨੂੰ ਕੇਸ਼ਵ ਕਹਿ ਕੇ, ਜਾਂ ਤੇਰੇ ਸੋਹਣੇ ਨੱਕ ਜਿਨ ਲੰਬੜੇ ਵਾਲਾ ਕਹਿ ਕੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਵੀ ਕੇਸਾਧਾਰੀ ਸਨ, ਕੇਸਾਂ ਦੀ ਉਵੇਂ ਹੀ ਸੰਭਾਲ ਕਰਦੇ, ਕਿਉਂਕਿ ਪਾਰਟ ਆਫ ਬੋਡੀ ਹੈ, ਸਰੀਰ ਦਾ ਹਿੱਸਾ। ਤੋ ਕਲਗੀਧਰ ਮਹਾਰਾਜ ਨੇ ਕੇਸਾਂ ਨੂੰ ਸਵਾਰਨ ਲਈ ਸਾਨੂੰ ਕੰਘੇ ਦੀ 5 ਕਕਾਰਾਂ ਵਿੱਚ ਜਿਹੜੀ ਹੈ ਉਹ ਇਹ ਜੁਗਤ ਬਖਸ਼ੀ। ਨਾ ਤਾਂ ਸੇ ਕੇਸਾਂ ਦਾ ਨੁਕਸਾਨ ਕਰਦਾ ਹੈ, ਇਹ ਕੁਦਰਤੀ ਸਰੂਪ ਹੈ। ਇਹਦੀ ਸੰਭਾਲ ਕਰਨ ਲਈ ਮਹਾਰਾਜ ਨੇ ਸਾਨੂੰ ਪ੍ਰੇਰਨਾ ਕੀਤੀ ਵੀ ਇਹਦੀ ਸੰਭਾਲ ਜਿਹੜੀ ਹੈ ਉਹ ਅਸੀਂ ਕਰਨੀ, ਨਾ ਇਹਦਾ ਨੁਕਸਾਨ ਕਰਨਾ ਹੈ, ਨਾ ਇਹਦੇ 'ਚ ਵਾਧਾ ਘਾਟਾ ਕਰਨਾ ਹੈ। ਇੱਕ ਨੈਚੁਰਲ ਸਰੂਪ ਹੈ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਬਾਣੀ ਦੇ ਵਿੱਚ ਭਾਵੇਂ ਘਰਣ ਮੁੜਾਏ ਜਾਂ ਭਾਵੇਂ ਲਾਂਬੇ ਕੇਸ ਕਰ, ਇਸ ਅਰਥ ਵਿੱਚ, ਇਸ ਕੰਟੈਕਸਟ ਵਿੱਚ, ਇਸ ਸੰਦਰਭ ਵਿੱਚ ਵਰਤੇ। ਤੋ ਇੱਥੇ ਫਰਮਾਉਂਦੇ ਨੇ ਮੂੰਡ ਮੁੰਡਾਏ ਜੋ ਸਿੱਧ ਪਾਈ। ਸਿੱਧ ਦਾ ਮਤਲਬ ਹੈ ਉੱਚੀ ਆਤਮਕ ਅਵਸਥਾ, ਸਿੱਧੀ। ਜੇ ਮੂੰਡ ਮੁੰਡਾਏ, ਮੁੰਡਨ ਆਦਿ ਕਰਾ ਕੇ ਕੇਸ ਵਿਹੀਨ ਹੋ ਕੇ ਪਾਈ ਜਾ ਸਕਦੀ ਹੈ, ਧਰਮ ਦੇ ਨਾਂ ਤੇ ਇਹ ਕੰਮ ਕੀਤਾ ਜਾ ਸਕਦਾ ਹੈ, ਤਾਂ ਫਿਰ ਦੱਸੋ ਮੁਕਤੀ ਭੇਡ ਨਾ ਗਈਆ ਕਾਈ। ਭੇਡਾਂ ਦੀ ਤਾਂ ਹਰ ਸਾਲ ਉੱਨ ਲੈਂਦੀ ਹੈ। ਇਹ ਖਾਸ ਸਮੇਂ ਦੇ ਉੱਤੇ ਜਦੋਂ ਉਹਨਾਂ ਦੇ ਸਰੀਰ ਤੇ ਜੱਤ ਆ ਜਾਂਦੀ ਹੈ, ਵਾਲ ਆ ਜਾਂਦੇ ਨੇ, ਉੱਨ ਆ ਜਾਂਦੀ ਹੈ, ਤਾਂ ਭੇਡਾਂ ਨੂੰ ਮੁੰਨਿਆ ਜਾਂਦਾ ਹੈ। ਫਿਰ ਤਾਂ ਉਹ ਮੁਕਤ ਕਿਉਂ ਨਹੀਂ, ਉਹ ਉੱਚੀ ਆਤਮਕ ਅਵਸਥਾ ਸਿੱਧੀ ਤੱਕ ਕਿਉਂ ਨਹੀਂ ਗਈਆਂ? ਫਿਰ ਉਹਨਾਂ ਨੂੰ ਤਾਂ ਸਭ ਤੋਂ ਵੱਡੀਆਂ ਨੈਤਿਕਤਾ ਦੀ ਸਿਖਰ ਦੇ ਉੱਤੇ ਜਾਂ ਸਦਾਚਾਰ ਜਾਂ ਧਰਮ ਦੀ ਸਿਖਰ ਤੇ ਪਹੁੰਚੀਆਂ ਹੋਈਆਂ ਮੰਨ ਲਿਆ ਜਾਏ। ਫਿਰ ਫਰਮਾਉਂਦੇ ਹਨ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਬਿੰਦ ਦਾ ਮਤਲਬ ਹੈ ਨਪੁੰਸਕ ਹੋਣਾ, ਖੁਸਰੇ ਦਾ ਭਾਵ ਹੈ ਨਪੁੰਸਕ ਹੋਣਾ, ਜਾਂ ਆਪਣੇ ਸਰੀਰ ਦੀ ਕਿਰਿਆ ਨੂੰ ਜ਼ਬਰਦਸਤੀ ਰੋਕਣਾ, ਜਤੀ ਹੋਣਾ। ਤੇ ਜਾਤ ਧਾਰਨ ਕਰਨ ਦਾ ਅਰਥ ਹੈ ਗ੍ਰਸਤ ਤੋਂ ਮੁਖ ਮੋੜਨਾ। ਤੋ ਇਸ ਨੂੰ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਵੀ ਠੀਕ ਹੈ। ਹੁਣ ਵੇਖੋ ਨਾ, ਕਿਸੇ ਇੱਕ ਪਰਿਵਾਰਕ ਰਿਸ਼ਤਾ ਕਿਸੇ ਦਾ ਹੋਵੇ ਤਾਂ ਵੀ ਠੀਕ ਹੈ, ਜੇ ਨਾ ਵੀ ਹੋਵੇ ਤੇ ਤਾਂ ਵੀ ਠੀਕ ਹੈ ਇੱਕ ਹੱਦ ਤੱਕ। ਪਰ ਜੇ ਕੋਈ ਇਹਨੂੰ ਧਰਮ ਦਾ ਨਾਮ ਦੇਣ ਲੱਗ ਪਿਆ ਵੀ ਮੈਂ ਬਹੁਤ ਵੱਡਾ ਧਰਮਾਤਮਾ ਕਿਉਂਕਿ ਮੈਂ ਗ੍ਰਸਤੀ ਜਾਂ ਪਰਿਵਾਰਕ ਜੀਵਨ ਨਹੀਂ ਵਸਾਇਆ, ਮੈਂ ਕੋਈ ਪਤੀ ਜਾਂ ਪਤਨੀ ਦੇ ਰਿਲੇਸ਼ਨ ਕਾਇਮ ਨਹੀਂ ਕੀਤੇ, ਮੈਂ ਇਹ ਰਿਸ਼ਤਾ ਨਹੀਂ ਚੁਣਿਆ, ਇਸ ਕਰਕੇ ਮੈਂ ਧਰਮਾਤਮਾ ਹੋ ਗਿਆ। ਤੋ ਜੇ ਕੋਈ ਇਸ ਬੇਸ ਦੇ ਉੱਤੇ ਆਪਣੇ ਆਪ ਨੂੰ ਇਹ ਦੱਸਦਾ ਹੈ ਵੀ ਮੈਂ ਵਿਅੰਗਮ ਹੋ ਕੇ ਬਹੁਤ ਧਰਮ ਕਮਾ ਲਿਆ, ਮੈਂ ਜਤੀ ਹੋ ਕੇ ਬਹੁਤ ਧਰਮ ਕਮਾ ਲਿਆ, ਮੈਂ ਤਿਆਗੀ ਹੋ ਕੇ ਬਹੁਤ ਧਰਮੀ ਹੋ ਗਿਆ, ਤਾਂ ਇਹ ਕੋਈ ਨਿਸ਼ਾਨੀ ਨਹੀਂ ਹੈ ਧਰਮੀ ਹੋਣ ਦੀ। ਇਸ ਤਰ੍ਹਾਂ ਤੇ ਜੀਵਨ 'ਚ ਕਈਆਂ ਦੇ ਕਈ ਰਿਸ਼ਤੇ ਨਹੀਂ ਹੁੰਦੇ, ਕਿਸੇ ਦਾ ਮਾਮਾ ਨਹੀਂ ਹੁੰਦਾ, ਕਿਸੇ ਦਾ ਚਾਚਾ ਨਹੀਂ ਹੁੰਦਾ, ਕਿਸੇ ਦਾ ਤਾਇਆ ਨਹੀਂ ਹੁੰਦਾ, ਕਿਸੇ ਦਾ ਮਾਂ-ਬਾਪ ਨਹੀਂ ਹੁੰਦਾ, ਕਿਸੇ ਦੇ ਬੱਚੇ ਨਹੀਂ ਹੁੰਦੇ, ਕਿਸੇ ਦਾ ਭੈਣ ਭਾਈ ਨਹੀਂ ਹੁੰਦਾ। ਫਿਰ ਉਹ ਵੀ ਕਹਿ ਸਕਦੇ ਨੇ ਵੇਖੋ ਜੀ ਸਾਡਾ ਅਸੀਂ ਆਹ ਰਿਸ਼ਤਾ ਨਹੀਂ ਚੁਣਿਆ। ਤੋ ਇੱਥੇ ਭਗਤ ਜੀ ਮਹਾਰਾਜ ਨੇ ਫਰਮਾਇਆ ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਜੇ ਜ਼ਬਰਦਸਤੀ ਆਪਣੇ ਵੀਰੇ ਨੂੰ ਰੋਕ ਕੇ ਜੇ ਕੋਈ ਇਹ ਸੋਚਦਾ ਹੈ ਕਿ ਮੈਂ ਬਹੁਤ ਵੱਡਾ ਧਰਮ ਕਮਾ ਰਿਹਾ ਹਾਂ, ਤਾਂ ਫਰਮਾਉਂਦੇ ਹਨ ਨਪੁੰਸਕ ਨੇ ਉੱਚੀ ਆਤਮਕ ਅਵਸਥਾ ਫਿਰ ਕਿਉਂ ਨਾ, ਫਿਰ ਉਹਨੂੰ ਸਾਧੂ ਕਿਉਂ ਨਾ ਮੰਨ ਲਿਆ ਜਾਏ, ਉਹਨੂੰ ਧਰਮਾਤਮਾ ਕਿਉਂ ਨਾ ਮੰਨ ਲਿਆ ਜਾਏ। ਕਿਉਂਕਿ ਉਹ ਤਾਂ ਕੁਦਰਤੀ ਇਹੋ ਜਿਹਾ, ਤੂੰ ਤਾਂ ਯਤਨ ਕਰ ਰਿਹਾ, ਉਹ ਤਾਂ ਕੁਦਰਤੀ ਇਹੋ ਜਿਹਾ, ਕੁਦਰਤ ਨੇ ਉਹਨੂੰ ਸਾਧੂ ਬਣਾ ਕੇ ਧਰਤੀ ਤੇ ਘੱਲਿਆ। ਉਹ ਤਾਂ ਬਣਿਆ ਬਣਾਇਆ ਸਾਧੂ ਹੈ, ਬਣਿਆ ਬਣਾਇਆ ਧਰਮਾਤਮਾ ਹੈ, ਬਣਿਆ ਬਣਾਇਆ ਮੁਕਤ ਹੋਇਆ ਇਨਸਾਨ ਹੈ। ਤੂੰ ਤਾਂ ਆਪਣਾ ਯਤਨ ਕਰ ਰਿਹਾ, ਹੁਣ ਤਾਂ ਕੁਦਰਤ ਨੇ ਬਣਾਇਆ। ਉੱਚੀ ਆਤਮਕ ਅਵਸਥਾ, ਪਰਮਗਤ ਦਾ ਮਤਲਬ ਉੱਚੀ ਆਤਮਕ ਅਵਸਥਾ। ਤੋ ਇੱਥੇ ਦੋਵਾਂ ਚੀਜ਼ਾਂ ਦਾ ਖਿਆਲ ਰੱਖਣਾ ਯੋਗ ਹੈ ਬਾਣੀ ਦੇ ਵਿੱਚ। ਵਿਭਚਾਰੀ ਜੀਵਨ ਨੂੰ ਵੀ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ ਤੇ ਜ਼ਬਰਦਸਤੀ ਅਜਿਹੇ ਕਰਮ ਕਾਂਡਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ। ਫਿਰ ਅੱਗੇ ਫਰਮਾਉਂਦੇ ਹਨ, ਕਹੋ ਕਬੀਰ ਸੁਨੋ ਨਰ ਭਾਈ,
हे कबीर आख, हे भाई, हे मनुख, मेरी गल नूं ध्यान नाल सुनो, मेरा बचन ध्यान नाल ग्रहण करो। वो की है? राम नाम बिन किन गत पाई। कौन है? किन का मतलब कौन है? जिसने सर्व व्यापक परमेश्वर वाहिगुरु दे एहसास, ओदी याद, ओदे नाम, ओदी भगती, ओदे हुक्म विच तुरे बगैर ਉੱਚੀ ਆਤਮਿਕ ਅਵਸਥਾ ਪਾਈ ਹੋਏ ਕਿਸੇ ਨਹੀਂ ਪਾਈ। ਭਾਵ ਦੋ ਵਾਕ ਨੇ ਇਸ ਸਮੁੱਚੇ ਸ਼ਬਦ ਵਿੱਚ। ਇੱਕ ਹੈ ਰਹਾਉ ਵਿੱਚ, ਜਬ ਨਹੀਂ ਚੀਨਸ ਆਤਮ ਰਾਮ। ਇੱਕ ਹੈ ਅਖੀਰ ਦੀ ਪੰਕਤੀ, ਰਾਮ ਨਾਮ ਬਿਨ ਕਿਨ ਗਤ ਪਾਈ। ਤੇ ਜੇ ਇਹਨਾਂ ਦੋਵਾਂ ਨੂੰ ਰਲਾ ਲਿਆ ਜਾਏ ਤੇ ਸਮੁੱਚੇ ਸ਼ਬਦ ਦਾ ਭਾਵ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਉਹ ਇਹ ਹੈ, ਹੇ ਭਾਈ, ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਉੱਚੀ ਆਤਮਿਕ ਅਵਸਥਾ ਨਹੀਂ ਮਿਲਦੀ। ਪਰ ਉਸ ਨੂੰ ਕਿਵੇਂ ਤਲਾਸ਼ਿਆ ਜਾਏ? ਆਪਣੇ ਵਜੂਦ ਵਿੱਚੋਂ, ਆਪਣੇ ਆਪ ਵਿੱਚੋਂ ਖੋਜਿਆ ਜਾਏ। ਭਰਮ ਮੁੱਕੇਗਾ, ਅਗਿਆਨਤਾ ਖਤਮ ਹੋਏਗੀ, ਹੰਗਤਾ ਜਾਏਗੀ। ਆਪਣੇ ਵਜੂਦ ਵਿੱਚੋਂ ਹੀ ਘਰ ਅੰਮ੍ਰਿਤ ਘਟ ਮਾਹੀ ਜੀਵ। ਸਾਹਿਬ ਕਿਰਪਾ ਕਰਨ, ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।